खुदा दे एक बहुत अजीम खादम सन। इस वेले ਉਹ आसमान ते टुर गए ਤੇ ਇੱਕ ਵਾਰੀ ਇੱਕ ਮੀਟਿੰਗ ਦੇ ਵਿੱਚ ਮੈਨੂੰ ਵੀ ਉਹਨਾਂ ਦੇ ਕੋਲੋਂ ਇਸ ਕਲਾਮ ਨੂੰ ਸਿੱਖਣ ਦਾ ਇਤਫਾਕ ਹੋਇਆ ਤੇ ਉਹ ਇਸ ਕਲਾਮ ਦੀ ਅਜ਼ਮਤ ਦੇ ਬਾਰੇ ਚ ਗੱਲ ਕਰਦੇ ਸਨ ਕਿ ਕਿਹੜੀ ਇਹਦੀ ਇੱਜ਼ਤ ਹੋਣੀ ਚਾਹੀਦੀ ਹੈ ਤੇ ਕਿਹੜੀ ਜ਼ਿਆਦਾ ਇਹਦੀ ਅਜ਼ਮਤ ਹੈਗੀ ਹੈ। ਦੱਸਣ ਲੱਗੇ ਕਿ ਇੱਕ ਵਾਰੀ ਮੈਂ ਆਪਣੇ ਇੱਕ ਕਿਰਾਣੇ 'ਚ ਟੁਰ ਗਿਆ ਤੇ ਘਰ ਸਿਰਫ ਭੈਣ ਹੋਰੀ ਤੇ ਇੱਕ ਬੱਚਾ ਸੀ ਤੇ ਮੈਨੂੰ ਅਗਲੇ ਦਰਵਾਜ਼ੇ 'ਚੋਂ ਦਾਖਲ ਕਰਕੇ ਪਿਛਲੇ 'ਚ ਤੇ ਫਿਰ ਉਸ ਤੋਂ ਪਿੱਛੇ ਤੇ ਫਿਰ ਉਸ ਤੋਂ ਪਿੱਛੇ ਉਹ ਪਿੱਛੇ ਵਾਲੇ ਕਮਰੇ 'ਚ ਸੋਫਾ ਸੀ ਤੇ ਆਖਣ ਲੱਗੇ ਭਾਈ ਸਾਹਿਬ ਤੁਸੀਂ ਉੱਥੇ ਬਹਿ ਜਾਓ ਜ਼ਰਾ ਤੇ ਭੈਣ ਹੋਰੀ ਨਿੰਬੂ ਪਾਣੀ ਲੈਣ ਟੁਰ ਗਏ ਤੇ ਮੈਂ ਦੀਵਾਰਾਂ ਵੇਖਦਾ ਸੀ ਪਿਆ ਰੰਗ ਰੰਗ ਦੀਆਂ ਤਸਵੀਰਾਂ ਤੇ ਜਦੋਂ ਸਾਹਮਣੇ ਵੇਖਿਆ ਤੇ ਬੂਹੇ ਦੇ ਉੱਤੇ ਤਿੱਲੇ ਗੋਟੇ ਵਾਲੀ ਕੋਈ ਚੌਰਸ ਜਿਹੀ ਚੀਜ਼ ਪਈ ਸੀ। ਸੋਚੀ ਪੈ ਗਿਆ ਇਹ ਕੀ ਸ਼ੈ ਹੋ ਸਕਦੀ ਹੈ, ਸਮਝ ਨਹੀਂ ਆਈ। ਤੇ ਜਦੋਂ ਭੈਣ ਹੋਰੀ ਵਾਪਸ ਆਏ ਤੇ ਮੈਂ ਉਹਨਾਂ ਕੋਲੋਂ ਪੁੱਛਿਆ ਭੈਣ ਜੀ ਉਹ ਕੀ ਰੱਖਿਆ ਜੇ ਬੂਹੇ ਦੇ ਉੱਤੇ? ਤੇ ਭੈਣ ਹੋਰੀ ਆਖਣ ਲੱਗੇ ਭਾਈ ਸਾਹਿਬ ਇਹ ਨਾ ਰੱਬ ਦਾ ਕਲਾਮ ਹੈ ਉੱਥੇ ਰੱਖਿਆ ਹੋਇਆ ਹੈ। ਭੈਣ ਜੀ 6.5 ਫੁੱਟ ਦਾ ਮੈਂ ਬੰਦਾ ਤੇ ਉੱਥੇ ਮੇਰਾ ਹੱਥ ਬੜੀ ਮੁਸ਼ਕਲ ਨਾਲ ਪਹੁੰਚੇਗਾ ਤੇ ਤੁਸੀਂ ਕਦੋਂ ਉਹਨੂੰ ਉੱਥੋਂ ਲਾਉਂਦੇ ਹੋ ਤੇ ਉਹਨੂੰ ਖੋਲ ਕੇ ਪੜ੍ਹਦੇ ਹੋ, ਇਹ ਕਦੋਂ ਹੁੰਦਾ ਹੋਵੇਗਾ? ਤੇ ਭੈਣ ਹੋਰੀ ਫਿਰ ਮੂੰਹ ਦੇ ਅੱਗੇ ਦੁਪੱਟਾ ਰੱਖ ਕੇ ਇਸ ਪਾਸੇ ਕਰਕੇ ਆਖਣ ਲੱਗੇ ਭਾਈ ਸਾਹਿਬ ਅਸੀਂ ਪੜ੍ਹਦੇ ਥੋੜਾ ਹੀ ਆ, ਉੱਥੇ ਰੱਖਿਆ ਹੈ ਤੇ ਤਲੂ ਸਵੇਰ ਇਹ ਵੀ ਨਿਕਲ ਕੇ ਕੰਮ ਤੇ ਟੁਰ ਜਾਂਦੇ ਨੇ। ਮੈਂ ਵੀ ਬੂਹੇ ਵਿੱਚੋਂ ਨਿਕਲ ਕੇ ਤੇ ਸਾਹਬਾਂ ਦੇ ਘਰ ਕੰਮ ਵਾਸਤੇ ਟੁਰ ਜਾਨੀ ਆ। ਇਹ ਨਿੱਕਾ ਵੀ ਸ਼ਕੂਲੇ ਟੁਰ ਜਾਂਦਾ ਹੈ, ਇਹਦੇ ਤਲੋਂ ਬਰਕਤਾਂ ਹੀ ਬਰਕਤਾਂ। ਮੇਰੇ ਅਜ਼ੀਜ਼ੋ ਮੈਂ ਸਮਝਣਾ ਵਾਂ ਇਹ ਜਾਹਿਲੀਅਤ ਹੈ, ਇਹ ਬਰਕਤ ਨਹੀਂ। ਜਿਸ ਘਰ ਦੇ ਵਿੱਚ ਰੱਬ ਦਾ ਕਲਾਮ ਨਹੀਂ ਖੁੱਲੇ ਉੱਥੇ ਬਰਕਤਾਂ ਨਹੀਂ ਹੁੰਦੀਆਂ, ਉੱਥੇ ਲਾਨਤਾਂ ਹੁੰਦੀਆਂ ਨੇ। ਆਪਣੇ ਆਪਣੇ ਘਰ ਦੀਆਂ ਲਾਨਤਾਂ ਨੂੰ ਇਸ ਕਲਾਮ ਨੂੰ ਪੜਨ ਤੇ ਇਹਦੇ ਤੇ ਗੌਰ ਕਰਨ ਦੇ ਨਾਲ ਦੂਰ ਕਰੀਏ ਤਾਂ ਜੇ ਖੁਦਾਵੰਦ ਆਪਣੀਆਂ ਬਰਕਤਾਂ ਦੇ ਨਾਲ ਸਾਡੇ ਘਰ ਨੂੰ ਮਾਮੂਰ ਕਰੇ। God bless you.